ਰੰਧਾਵਾ ਭਲਾ ਹੈ, ਬੂੜਾ ਬੁੱਢਾ ਇੱਕ ਮਨ ਧਿਆਵੇ। ਅੱਗੇ ਆ ਜਿਹੜੀ ਗੱਲ ਆਉਂਦੀ ਹੈ ਇਹ ਬਾਬਾ ਬੁੱਢਾ ਸਾਹਿਬ ਜੀ ਦੇ ਬਾਰੇ। ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਦੇ ਬਾਰੇ ਜੋ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧ ਹੈ, ਅਸੀਂ ਇਹਨੂੰ ਇੱਦਾਂ ਕਿ ਵਿਚਾਰ ਲਈਏ ਕਿ ਵੈਸੇ ਤੇ ਇਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੱਕ, 6ਵੇਂ ਸਤਿਗੁਰੂ ਤੱਕ ਰਹੇ ਨੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਇਹਨਾਂ ਦਾ ਅੰਤਿਮ ਸੰਸਕਾਰ ਕੀਤਾ ਹੈ। ਪਰ ਇਹਨਾਂ ਦੀ ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਲ ਜੁੜਨ ਦੀ ਜਿਹੜੀ ਘਟਨਾ ਹੈ ਵੀ ਕਿਵੇਂ ਇਹ ਗੁਰੂ ਨਾਨਕ ਸਾਹਿਬ ਦੀ ਸ਼ਰਨ ਦੇ ਵਿੱਚ ਆਏ, ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਕਿੱਦਾਂ ਆਏ, ਤੇ ਉਹਦੇ ਬਾਰੇ ਸਾਡੇ ਕੋਲ ਦੋ ਕੁ ਹਵਾਲੇ ਨੇ। ਇੱਕ ਹਵਾਲਾ ਜਿਹੜਾ ਕਾਫੀ ਪ੍ਰਚਲਿਤ ਹੈ ਉਹ ਇਹ ਹੈ ਵੀ ਕਹਿੰਦੇ ਸੀ ਵੀ ਇਹ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਜਦੋਂ ਆਏ ਤੇ ਇਹਨਾਂ ਦੀ ਉਮਰ ਕੋਈ ਬਹੁਤੀ ਵੱਡੀ ਨਹੀਂ ਸੀ ਨਾ। ਭਾਈ ਤਾਰੂ ਪੋਪਟ ਦੀ ਉਮਰ 10 ਕੁ ਸਾਲ ਸੀ ਤੇ ਇਦਾਂ ਕਹਿ ਲਓ ਵੀ 10-12 ਸਾਲ ਦੀ ਉਮਰ ਸੀ। ਤੇ ਮਹਾਰਾਜ ਜੀ ਦੇ ਕੋਲ ਆਏ ਤੇ ਸੱਚੇ ਪਾਤਸ਼ਾਹ ਜੀ ਨੂੰ ਇਹਨਾਂ ਨੇ ਇਹ ਕਿਹਾ ਵੀ ਮਹਾਰਾਜ ਜੀ ਮੌਤ ਤੋਂ ਬੜਾ ਡਰ ਲੱਗਦਾ ਹੈ, ਜਾਂ ਇਹਦੇ ਨਾਲ ਮਿਲਦਾ ਜੁਲਦਾ ਕੁਐਸਚਨ ਹੋਵੇਗਾ ਵੀ ਸੱਚੇ ਪਾਤਸ਼ਾਹ ਜੀ ਜਨਮ ਮਰਨ ਕੱਟ ਦਿਓ। ਤੇ ਮਹਾਰਾਜ ਨੇ ਵੇਖਿਆ ਵੀ 12 ਕੁ ਸਾਲ ਦਾ ਬੱਚਾ ਕੁਐਸਚਨ ਕੀ ਕਰਦਾ ਪਿਆ। ਸੱਚੇ ਪਾਤਸ਼ਾਹ ਕਹਿੰਦੇ ਵੀ ਭਾਈ ਉਮਰ ਤੇ ਤੇਰੀ ਕੁਝ ਵੀ ਨਹੀਂ, ਤੇ ਸਵਾਲ ਤੇ ਤੇਰਾ ਬੜਾ ਗੰਭੀਰ ਹੈ ਔਰ ਹਰ ਕੋਈ ਸੋਚ ਵੀ ਨਹੀਂ ਪਾਉਂਦਾ ਇੱਦਾਂ। ਮਹਾਰਾਜ ਕਹਿੰਦੇ ਵੀ ਇੰਨਾ ਗੰਭੀਰ ਸਵਾਲ ਇਹ ਕਿੱਥੋਂ ਆ ਗਿਆ। ਜਿਹੜੀ ਅਸੀਂ ਥੋੜੇ ਦਿਨ ਪਹਿਲਾਂ ਘਟਨਾ ਪੜ੍ਹੀ ਹੈ ਵੀ ਭਾਈ ਤਾਰੂ ਪੋਪਟ ਕਹਿੰਦਾ ਕਿ ਮੇਰੀ ਮਾਤਾ ਨੇ ਮੈਨੂੰ ਅੱਗ ਲੈਣ ਦੇ ਲਈ ਭੇਜਿਆ, ਮੈਂ ਵੇਖਿਆ ਕਿ ਨਿੱਕੀਆਂ ਲੱਕੜਾਂ ਪਹਿਲਾਂ ਸੜ ਜਾਂਦੀਆਂ ਨੇ। ਇਹ ਭਾਈ ਤਾਰੂ ਪੋਪਟ ਜੀ ਦੇ ਨਾਲ ਗੱਲ ਸੰਬੰਧਿਤ ਜੋੜੀ ਜਾਂਦੀ ਹੈ। ਕਈਆਂ ਥਾਵਾਂ ਤੇ ਬਾਬਾ ਬੁੱਢਾ ਸਾਹਿਬ ਨਾਲ ਜੋੜ ਕੇ ਵੀ ਸੁਣਾ ਦਿੱਤੀ ਜਾਂਦੀ ਹੈ। ਬਾਬਾ ਬੁੱਢਾ ਸਾਹਿਬ ਦੇ ਮਨ ਦੇ ਵਿੱਚ ਇਹ ਖਿਆਲ ਇੱਥੋਂ ਪੈਦਾ ਹੋਇਆ ਸੀ ਕਿਉਂਕਿ ਖੇਤੀਬਾੜੀ ਦੇ ਨਾਲ ਇਹਨਾਂ ਦੇ ਪਰਿਵਾਰ ਦਾ ਸੰਬੰਧ ਸੀ। ਤੇ ਮਹਾਰਾਜ ਕਹਿੰਦੇ ਵੀ ਇੰਨਾ ਗੰਭੀਰ ਸਵਾਲ ਤੇ ਇੰਨੀ ਨਿੱਕੀ ਉਮਰ ਦੇ ਵਿੱਚ ਕਿੱਦਾਂ ਆ ਗਿਆ। ਕਹਿੰਦਾ ਸੱਚੇ ਪਾਤਸ਼ਾਹ ਜਦੋਂ ਮੈਂ ਵੇਖਿਆ ਵੀ ਸਾਡੇ ਇਲਾਕੇ ਦੇ ਵਿੱਚੋਂ ਨਾ ਫੌਜ ਨਿਕਲਦੀ ਪਈ ਸੀ, ਤੇ ਹੁਣ ਸੁਭਾਵਿਕ ਜੀ ਗੱਲ ਸੀ ਵੀ ਫੌਜ ਨੂੰ ਚਾਰਾ ਵੀ ਚਾਹੀਦਾ ਹੈ ਉਹਨਾਂ ਦੇ ਘੋੜਿਆਂ ਨੂੰ। ਹੁਣ ਉੱਥੇ ਕੁਝ ਫਸਲਾਂ ਇੱਦਾਂ ਦੀਆਂ ਸੀ ਜਿਨ੍ਹਾਂ ਨੂੰ ਅਜੇ ਬੀਜੀਆਂ ਨੂੰ 10 ਦਿਨ ਵੀ ਨਹੀਂ ਸੀ ਹੋਏ, 15 ਦਿਨ ਵੀ ਨਹੀਂ ਹੋਏ। ਕੁਝ ਫਸਲਾਂ ਇੱਦਾਂ ਦੀਆਂ ਜਿਹੜੀਆਂ ਅਜੇ 2-2 4-4 ਇੰਚ ਨਿਕਲੀਆਂ ਹੋਈਆਂ ਸੀ, ਤੇ ਉਹ ਇੰਨੀਆਂ ਮਾਸੂਮ ਹੁੰਦੀਆਂ ਨੇ, ਮਤਲਬ ਇੰਨੀਆਂ ਕੋਮਲ ਹੁੰਦੀਆਂ ਨੇ ਵੀ ਕੋਈ ਪੈਰ ਰੱਖ ਦੇ ਉੱਥੇ ਹੀ ਟੁੱਟ ਜਾਂਦੀਆਂ ਨੇ, ਇੰਨੀਆਂ ਮਾੜੀਆਂ ਹੁੰਦੀਆਂ ਨੇ। ਕੋਈ ਇੱਕ ਬੰਦਾ ਨਿਕਲ ਜਾਵੇ ਤਾਂ ਦੁਬਾਰਾ ਨਹੀਂ ਉੱਗਦੀਆਂ। ਤੇ ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਮੈਂ ਵੇਖਿਆ ਵੀ ਮੇਰੇ ਇਲਾਕੇ ਦੇ ਵਿੱਚੋਂ ਫੌਜ ਨਿਕਲੀ, ਉਹਨਾਂ ਨੇ ਵੇਖਿਆ ਵੀ ਫਸਲ ਪੱਕੀ ਹੈ ਕਿ ਫਸਲ ਕੱਚੀ ਹੈ, ਉਹਨਾਂ ਨੇ ਵੇਖਿਆ ਵੀ ਫਸਲ ਬੀਜੀ ਨੂੰ ਕਿੰਨੇ ਦਿਨ ਹੋ ਗਏ ਨੇ ਤੇ ਕਿੰਨੇ ਦਿਨ ਨਹੀਂ ਹੋਏ। ਉਹਨਾਂ ਨੇ ਜਦੋਂ ਵਿੱਚੋਂ ਦੀ ਘੋੜੇ ਲੰਘਾ ਦਿੱਤੇ ਨਾ, ਫੌਜ ਨੂੰ ਕੀ ਲੱਗੇ, ਉਹਨੇ ਤਾਂ ਇੱਦਾਂ ਹੀ ਨਿਕਲਣਾ ਸੀ। ਕੁਝ ਖੋਹ ਲਿਆ, ਕੁਝ ਜਿੱਦਾਂ ਕਰ ਲਿਆ। ਮਹਾਰਾਜ ਜਦੋਂ ਘੋੜੇ ਲੰਘਾਤੇ ਨਾ, ਉਹਨੇ ਪਿੱਛੇ ਸਾਰਾ ਕੁਝ ਹੀ ਤਬਾਹ ਕਰਕੇ ਰੱਖ ਦਿੱਤਾ, ਪਿੱਛੇ ਕੁਝ ਨਹੀਂ ਛੱਡਿਆ ਉਹਨੇ। ਵਿੱਚ ਹੀ ਛੋਟੀਆਂ ਫਸਲਾਂ, ਵਿੱਚ ਹੀ ਵੱਡੀਆਂ ਹੀ ਫਸਲਾਂ, ਕੁਝ ਨਹੀਂ ਛੱਡਿਆ ਉਹਨਾਂ ਨੇ। ਤੇ ਮਹਾਰਾਜ ਕਹਿੰਦੇ ਨੇ ਵੀ ਤੁਸੀਂ ਸੱਚੇ ਪਾਤਸ਼ਾਹ ਕਹਿੰਦੇ ਜੇ ਵੀ ਉਮਰ ਤੇ ਤੇਰੀ ਕੁਝ ਵੀ ਨਹੀਂ, ਤੇ ਸਵਾਲ ਏਡਾ ਡੂੰਘਾ। ਤੇ ਮਹਾਰਾਜ ਮੈਂ ਤੇ ਉਹਨਾਂ ਦੇ ਵੱਲ ਵੇਖ ਕੇ ਹੁੰਦਾ ਵੀ ਛੋਟੀਆਂ ਫਸਲਾਂ ਨਹੀਂ ਬਚੀਆਂ ਤੇ ਸਾਡੇ ਵਰਗੇ ਛੋਟਿਆਂ ਦੇ ਨਾਲ ਪਤਾ ਨਹੀਂ ਕੀ ਗੱਲ ਬਣ ਜਾਵੇ। ਆਪ ਹੀ ਤੁਸੀਂ ਕਹਿੰਦੇ ਜੇ ਹਰੀ ਨਾਹੀ ਨਹਿ ਡਡਰੀ ਪੱਕੀ ਵੱਢਣ ਹਾਰ, ਲੈ ਲੈ ਦਾਤ ਪਉਤਿਆ ਲਾਵੇ ਕਰ ਤਿਆਰ, ਜਾਂ ਹੋਵਾ ਹੁਕਮ ਕਿਰਸਾਨ ਦਾ ਤਾਂ ਲੁਣ ਮਿਣਿਆ ਖੇਤਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮਹਾਰਾਜ ਗੁਰੂ ਨਾਨਕ ਸਾਹਿਬ ਦਾ ਇਹ ਬਚਨ ਹੈ, ਸਤਿਗੁਰੂ ਪਤਾ ਨਹੀਂ ਕਿੱਦਣ ਕਿਹਦੇ ਉੱਤੇ ਕੁਝ ਬਣ ਜਾਵੇ, ਇਸ ਕਰਕੇ ਮੈਂ ਚਾਹੁੰਦਾ ਹਾਂ ਵੀ ਤੁਹਾਡੇ ਵੱਲ ਆਵਾਂ। ਤੁਸੀਂ ਸੰਤਾਂ ਦੀ ਕਿਤੇ ਗੱਲ ਸੁਣੀ ਵੀ ਰੱਬ ਦੇ ਪਿਆਰਿਆਂ ਦੀ ਗੱਲ ਸੁਣੀ, ਉਹ ਇਸ ਪਾਸੇ ਜ਼ਿੰਦਗੀ ਨੂੰ ਬਖਸ਼ ਦਿੰਦੇ ਨੇ, ਮੈਂ ਇਸ ਕਰਕੇ ਤੁਹਾਡੇ ਕੋਲ ਆ ਗਿਆ। ਇਹ ਇੱਕ ਗੱਲ ਇੱਦਾਂ ਬੋਲੀ ਜਾਂਦੀ ਹੈ ਬਾਬਾ ਬੁੱਢਾ ਸਾਹਿਬ ਦੇ ਬਾਰੇ। ਇੱਕ ਗੱਲ ਜਿਹੜੀ ਹੈ ਉਹ ਕਵੀ ਸੰਤੋਖ ਸਿੰਘ ਹੁਣਾਂ ਨੇ ਬੋਲੀ ਹੈ। ਉਹ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਦਿਨ ਕਰਤਾਰਪੁਰ ਦੇ ਵਿੱਚ, ਕਿਉਂਕਿ ਇਹ ਸਾਰਾ ਰਮਦਾਸ ਏਰੀਆ, ਕਰਤਾਰਪੁਰ ਏਰੀਆ, ਇਹ ਸਾਰੇ ਨੇੜੇ ਨੇੜੇ ਪੈ ਜਾਂਦੇ ਨੇ। ਤੇ ਬਾਬਾ ਬੁੱਢਾ ਸਾਹਿਬ ਜੀ, ਬਚਪਨ ਦੀ ਗੱਲ ਕਰਦਾ ਪਿਆ ਹਾਂ ਮੈਂ, ਉਸ ਵੇਲੇ ਬੱਕਰੀਆਂ ਚਾਰਦੇ ਪਏ ਸੀ। ਤਾਂ ਕੋਈ ਵੀ ਜਾਨਵਰ, ਗਾਵਾਂ ਲਾ ਲਓ, ਮੱਝਾਂ ਲਾ ਲਓ, ਉਹਦੇ ਨਾਲ ਮਤਲਬ ਨਹੀਂ ਹੁੰਦਾ ਵੀ ਉਹ ਜਿਹੜਾ ਨੇ ਉਹ ਬੱਕਰੀਆਂ ਚਾਰਦੇ ਪਏ ਸੀ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਜਿਹੜੇ ਸਿੱਖ ਸੀ, ਉਹ ਮਹਾਰਾਜ ਇੱਧਰ ਕਿਤੇ ਘੁੰਮਦੇ ਆ ਗਏ ਤੇ ਮਹਾਰਾਜ ਨੇ ਕਿਹਾ ਵੀ ਉਹਨੂੰ ਬੱਚੇ ਨੂੰ ਆਵਾਜ਼ ਮਾਰਿਓ। ਆਵਾਜ਼ ਮਾਰੀ ਤੇ ਮਹਾਰਾਜ ਜੀ ਦੇ ਕੋਲ ਆ ਗਏ। ਤੇ ਮਹਾਰਾਜ ਜੀ ਨੇ ਪੁੱਛਿਆ ਵੀ ਨਾਮ ਕੀ ਹੈ ਤੁਹਾਡਾ? ਕਹਿੰਦੇ ਜੀ ਮੇਰਾ ਨਾਮ ਤੇ ਬੁੱਢਾ ਹੈ। ਤੇ ਮਹਾਰਾਜ ਜੀ ਨੇ ਅੱਗੋਂ ਪੁੱਛ ਲਿਆ ਵੀ ਬੱਕਰੀਆਂ ਆਪਣੀਆਂ ਚਾਰਦੇ ਕਿ ਕਿਸੇ ਦੀਆਂ ਚਾਰਦੇ ਪਏ ਜੇ? ਤਾਂ ਕਹਿੰਦੇ ਸੱਚੇ ਪਾਤਸ਼ਾਹ ਆਪਣੀਆਂ ਵੀ ਆ ਤੇ ਕਿਸੇ ਦੀਆਂ ਵੀ ਆ, ਸਾਂਝਾ ਹੀ ਕੰਮ ਹੈ। ਮਹਾਰਾਜ ਨੇ ਬਸ ਇੰਨਾ ਹੀ ਕਿਹਾ ਤੇ ਮਹਾਰਾਜ ਕਹਿੰਦੇ ਚਲੋ ਠੀਕ ਹੈ ਜਾਓ। ਤਾਂ ਅੱਗੋਂ ਉਸ ਬਾਬਾ ਬੁੱਢਾ ਸਾਹਿਬ ਨੇ ਬਚਪਨ ਦੇ ਵਿੱਚ ਸਵਾਲ ਕਰ ਦਿੱਤਾ ਵੀ ਮਹਾਰਾਜ ਬਸ ਇੰਨੀ ਗੱਲ ਕਰਨੀ ਸੀ?
ਹਾਲਾਂਕਿ ਉਹਦੇ ਵਿੱਚ ਉਹਨਾਂ ਦਾ ਉਹ ਇੱਕ ਪਾਸਾ ਕਵੀ ਸੰਤੋਖ ਸਿੰਘ ਹੋਣਾ ਨੇ ਬੜੇ ਕਮਾਲ ਦਾ ਬੋਲਿਆ ਵੀ ਮਹਾਰਾਜ ਇੰਨੀ ਕੀ ਗੱਲ ਕਰਨੀ ਸੀ। ਸੱਚੇ ਪਾਤਸ਼ਾਹ ਕਹਿੰਦੇ ਵੀ ਹੋਰ ਤੇਰੇ ਨਾਲ ਕੀ ਗੱਲ ਕਰੀਏ, ਫਿਰ ਬਸ ਜੋ ਤੇਰੇ ਕੋਲੋਂ ਪੁੱਛਣਾ ਸੀ ਪੁੱਛ ਲਿਆ, ਤੇ ਵੀ ਹੁਣ ਤੁਸੀਂ ਘਰ ਨੂੰ ਜਾਓ। ਉਹ ਮਹਾਰਾਜ ਜੀ ਦੀ ਗੱਲ ਮੰਨ ਕੇ ਤੇ ਕਹਿੰਦੇ ਵੀ ਘਰ ਆ ਗਏ। ਤੇ ਮਹਾਰਾਜ ਜੀ ਦੇ ਨਾਲ ਦੇ ਸਿੱਖਾਂ ਨੇ ਪੁੱਛਿਆ ਵੀ ਮਹਾਰਾਜ ਵਾਕਿਆ ਇਹਦੇ ਨਾਲ ਕੋਈ ਗੱਲ ਨਹੀਂ ਸੀ ਕਰਨੀ, ਤੈਨੂੰ ਆਵਾਜ਼ ਕਾਹਦੇ ਲਈ ਮਾਰੀ ਸੀ, ਤੁਸੀਂ ਆਵਾਜ਼ ਕਾਹਦੇ ਲਈ ਦਿੱਤੀ ਸੀ? ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਇਹਨਾਂ ਦੇ ਨਾਲ ਆਪਣਾ ਸੰਬੰਧ ਹੈ, ਇਹਨਾਂ ਦੇ ਨਾਲ ਕੁਝ ਆਪਣਾ ਹਿਸਾਬ ਕਿਤਾਬ ਚੱਲਦਾ ਹੈ। ਅਜੇ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਗੱਲ ਬਣੇਗੀ, ਅਜੇ ਹੋਰ ਇਹਦੀ ਜ਼ਿੰਦਗੀ ਦੇ ਵਿੱਚ ਕੁਝ ਬਦਲਾਅ ਆਵੇਗਾ। ਤੇ ਸੱਚੇ ਪਾਤਸ਼ਾਹ ਨੂੰ ਪੁੱਛਿਆ ਵੀ ਕਦੋਂ ਆਵੇਗਾ? ਤੇ ਮਹਾਰਾਜ ਕਹਿੰਦੇ ਕੋਈ ਨਹੀਂ, ਤੁਸੀਂ ਕੱਲ੍ਹ ਹੀ ਖੇਡ ਵੇਖ ਲਿਓ, ਇਹ ਕੱਲ੍ਹ ਹੀ ਬਦਲ ਜਾਵੇਗਾ। ਕਈਆਂ ਲਈ ਕੱਲ੍ਹ ਬੜੀ ਦੂਰ ਹੋ ਜਾਂਦਾ ਹੈ ਤੇ ਕਈਆਂ ਲਈ ਕੱਲ੍ਹ ਉਸੇ ਵੇਲੇ ਆ ਜਾਂਦਾ। ਹੋਇਆ ਕੀ, ਅਗਲੇ ਦਿਨ ਦਾ ਸਮਾਂ ਆਇਆ ਤੇ ਕਹਿੰਦੇ ਨੇ ਕਿ ਆਪਣੇ ਘਰੋਂ ਉਹਦੇ ਮਨ ਦੇ ਵਿੱਚ ਵੀ, ਬਾਬਾ ਬੁੱਢਾ ਸਾਹਿਬ ਦੇ ਮਨ ਦੇ ਵਿੱਚ ਇੱਕ ਖਿੱਚ ਸੀ ਵੀ ਹਾਂ ਮਿਲਣ ਜਾਣਾ ਹੈ। ਬਚਪਨ ਦੀ ਉਮਰ ਸੀ ਤੇ ਘਰੋਂ ਕੁਝ ਦੁੱਧ ਜਾਂ ਮੱਖਣ ਜੋ ਵੀ ਕੋਈ ਚੀਜ਼ ਰਸਤੇ ਘਰ ਦੇ ਵਿੱਚ ਉਹ ਲਿਆ ਸਕਦਾ ਸੀ, ਉਹ ਆ ਕੇ ਤੇ ਮਹਾਰਾਜ ਜਿੱਥੇ ਬੈਠੇ ਹੋਏ ਸੀ ਮਹਾਰਾਜ ਦੇ ਅੱਗੇ ਲਿਆ ਕੇ ਰੱਖ ਦਿੱਤੀ। ਤੇ ਸੱਚੇ ਪਾਤਸ਼ਾਹ ਉਹ ਫਿਰ ਗੱਲ ਸ਼ੁਰੂ ਕਰ ਦਿੰਦੇ ਨੇ। ਸੁਭਾਵਿਕ ਜੀ ਗੱਲ ਹੈ ਵੀ ਮਹਾਰਾਜ ਜੀ ਜੇ ਗੱਲ ਕਰਦੇ ਪਏ ਨੇ ਤਾਂ ਅੱਗੇ ਮੈਂ ਸ਼ਬਦ ਵਰਤਦਾ ਪਿਆ ਹਾਂ, ਮਾਫ ਕਰ ਦਿਓ, ਬੱਚੇ ਕਹਿਣਾ ਤਾਂ ਨਹੀਂ ਚਾਹੀਦਾ। 10-12 ਸਾਲ ਦੀ ਉਮਰ, 15 ਸਾਲ ਦੀ ਉਮਰ, ਤੇ ਮਹਾਰਾਜ ਨੇ ਤੇ ਬੱਚਿਆਂ ਦੇ ਵਾਂਗੂ ਗੱਲ ਕਰਨੀ ਸੀ ਨਾ। ਸੱਚੇ ਪਾਤਸ਼ਾਹ ਕਹਿੰਦੇ ਵੀ ਕੀ ਲੈ ਕੇ ਆਏ ਜੀ? ਤੇ ਕਹਿੰਦੇ ਵੀ ਮਹਾਰਾਜ ਮੈਂ ਆ ਤੁਹਾਡੇ ਲਈ ਨਾ ਚੀਜ਼ ਲੈ ਕੇ ਆਇਆ, ਵੀ ਜੋ ਵੀ ਉਹਦੇ ਵਿੱਚ ਹੋਵੇਗਾ। ਮੈਂ ਫਿਰ ਬੇਨਤੀ ਕਰਦਾ, ਮਸਲੇ ਇਹ ਨਹੀਂ ਹੁੰਦੇ ਵੀ ਕਿਹੜੀ ਚੀਜ਼ ਆਈ ਸੀ, ਮਸਲੇ ਸੀ ਵੀ ਕੋਈ ਵੀ ਜੋ ਉਹਨੂੰ ਸਰਿਆ ਸੀ ਘਰ ਦੇ ਵਿੱਚੋਂ ਉਹ ਲੈ ਆਇਆ। ਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਕੀ ਲੈ ਕੇ ਆਏ ਜੀ? ਕਹਿੰਦੇ ਜੀ ਮਹਾਰਾਜ ਜੀ ਆ ਮੱਖਣ ਲੈ ਕੇ ਆਇਆ। ਮਹਾਰਾਜ ਕਹਿੰਦੇ ਵੀ ਤੁਸੀਂ ਜੋ ਵੀ ਲੈ ਕੇ ਆਏ ਜੇ ਤੁਹਾਡਾ ਲਿਆਂਦਾ ਹੋਇਆ ਪ੍ਰਵਾਨ ਹੈ, ਕਬੂਲ ਹੈ। ਤੁਸੀਂ ਇਸ ਤਰ੍ਹਾਂ ਕਰੋ ਵੀ ਘਰ ਜਾਓ, ਤੁਹਾਡੇ ਘਰ ਦੇ ਡੀਕਦੇ ਹੋਣਗੇ, ਤੁਹਾਨੂੰ ਲੱਭਦੇ ਹੋਣਗੇ। ਛੋਟਾ ਸੀ ਬੱਚਾ, ਘਰ ਦੇ ਲੱਭਦੇ ਹੋਣਗੇ। ਤੇ ਜੇ ਤੁਸੀਂ ਲੇਟ ਮਤਲਬ ਦੇਰ ਹੋ ਗਈ ਤੁਹਾਨੂੰ ਇੱਥੇ ਰਹਿੰਦਿਆਂ ਨੂੰ, ਤੇ ਘਰ ਦੇ ਗੁੱਸੇ ਹੋਣਗੇ ਤੁਹਾਨੂੰ, ਹੋ ਸਕਦਾ ਮਾਰਨ ਵੀ। ਸੁਭਾਵਿਕ ਦੀ ਗੱਲ ਸੀ, ਮਾਂ ਪਿਓ ਦੇ ਸੁਭਾਅ ਹੁੰਦੇ ਨੇ ਵੀ ਨਹੀਂ ਤੇ ਉਹ ਗੁੱਸਾ ਤਾਂ ਕਰਨਾ ਹੀ ਆਪਣੇ ਬੱਚੇ ਦੇ ਉੱਤੇ ਵੀ ਤੁਸੀਂ ਜਾਓ, ਹੁਣ ਜੋ ਤੁਸੀਂ ਲੈ ਕੇ ਆਏ ਸੀ ਤੁਹਾਡਾ ਦਿੱਤਾ ਕਬੂਲ ਹੈ, ਆਪਣੇ ਘਰ ਜਾਓ, ਨਹੀਂ ਤੇ ਕਿਤੇ ਘਰ ਦੇ ਮਾਰਨਗੇ। ਤੇ ਅੱਗੋਂ ਬਾਬਾ ਬੁੱਢਾ ਸਾਹਿਬ ਕਹਿੰਦੇ ਵੀ ਸੱਚੇ ਪਾਤਸ਼ਾਹ ਘਰਦਿਆਂ ਨੇ ਤੇ ਪਤਾ ਨਹੀਂ ਘਰ ਜਾ ਕੇ ਮਾਰਨਾ ਕਿ ਨਹੀਂ ਮਾਰਨਾ, ਤੁਸੀਂ ਹੁਣੇ ਮਾਰਨ ਲੱਗੇ ਜੇ। ਤੇ ਮਹਾਰਾਜ ਕਹਿੰਦੇ ਵੀ ਅਸੀਂ ਤੈਨੂੰ ਕੀ ਕਿਹਾ, ਅਸੀਂ ਤੈਨੂੰ ਕਿੱਥੇ ਮਾਰਨ ਲੱਗੇ? ਤੇ ਸੱਚੇ ਪਾਤਸ਼ਾਹ ਵੀ ਇੱਕ ਪਾਸੇ ਤੇ ਇਹ ਕਹਿ ਰਹੇ ਜੇ ਵੀ ਦੀਵਾ ਜਗਾ ਲੈ, ਇੱਕ ਪਾਸੇ ਤੇ ਇਸ ਲਈ ਖਿੱਚਦੇ ਪਏ ਜੇ ਨਾ ਆਪਣੇ ਵੱਲ ਵੀ ਦੀਵਾ ਜਗਾ ਲੈ, ਵੀ ਜ਼ਿੰਦਗੀ ਤੋਰ ਲੱਗ ਗਏ। ਤੇ ਮਹਾਰਾਜ ਦੂਜੇ ਪਾਸੇ ਘਰ ਵੀ ਭੇਜੀ ਜਾਂਦੇ ਜੇ, ਫਿਰ ਇਹ ਦੋਵੇਂ ਗੱਲਾਂ ਥੋੜ੍ਹਾ ਬਣਦੀਆਂ ਨੇ। ਘਰਦਿਆਂ ਨੇ ਤੇ ਬਾਅਦ 'ਚ ਕਹਿਣਾ ਹੈ ਤੁਸੀਂ ਪਹਿਲਾਂ ਹੀ ਇਸ ਪਾਸੇ ਤੋਂ ਜੇ ਹੁਣ ਤੋਰਿਆ ਜੇ ਆਪਣੇ ਵੱਲ, ਜੇ ਹੁਣ ਖਿੱਚਦੇ ਪਏ ਜੇ ਆਪਣੇ ਵੱਲ, ਤੇ ਮਹਾਰਾਜ ਜੀ ਫਿਰ ਆਪਣੇ ਵੱਲ ਜੋੜ ਕੇ ਵੀ ਤੇ ਰੱਖੋ। ਮਹਾਰਾਜ ਜੀ ਨੇ ਉੱਥੇ ਜਦੋਂ ਉਹ ਗੱਲ ਕੀਤੀ ਨਾ, ਤੇ ਸੱਚੇ ਪਾਤਸ਼ਾਹ ਨੇ ਫਿਰ ਇਸ ਗੱਲ ਦੇ ਬਾਰੇ ਬੋਲਿਆ ਹੈ ਕਿ ਭਾਈ ਤੇਰਾ ਅਸਲ ਦੇ ਵਿੱਚ ਨਾਮ ਘਰਦਿਆਂ ਨੇ ਬੂੜਾ ਰੱਖਿਆ ਹੈ, ਤੂੰ ਅਸਲ ਦੇ ਵਿੱਚ ਬੁੱਢਾ ਹੈ। ਤੇਰੀਆਂ ਗੱਲਾਂ ਬਜ਼ੁਰਗੀ ਵਾਲੀਆਂ ਨੇ, ਉਮਰ ਕਰਕੇ ਬੁੱਢਾ ਨਹੀਂ, ਤੇਰੇ ਸੁਭਾਅ ਦੇ ਵਿੱਚ ਬਜ਼ੁਰਗੀ ਹੈ। ਜਿਹੜੀਆਂ ਗੱਲਾਂ ਬਜ਼ੁਰਗਾਂ ਨੂੰ ਵੀ ਸਮਝ ਨਹੀਂ ਆਉਂਦੀਆਂ, ਉਹ ਗੱਲਾਂ ਤੈਨੂੰ ਬਚਪਨ 'ਚ ਹੀ ਸਮਝ ਆ ਗਈਆਂ ਨੇ। ਇਹ ਮਹਾਰਾਜ ਜੀ ਦੇ ਇੱਦਾਂ ਦੇ ਸਿੱਖ ਬਣੇ, ਔਰ ਕਿੱਦਾਂ ਦੇ? ਬੂੜਾ ਬੁੱਢਾ ਇੱਕ ਮਨ ਧਿਆਵੇ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਇਹ ਇੱਦਾਂ ਦੇ ਗੁਰਸਿੱਖ ਹੋਏ ਨੇ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਤੇ ਭਾਈ ਮਨੀ ਸਿੰਘ ਜੀ, ਇਹਨਾਂ ਨੂੰ ਇੱਦਾਂ ਕਹਿ ਲਓ ਵੀ ਦਰਬਾਰ ਸਾਹਿਬ ਦੇ ਗ੍ਰੰਥੀ ਬਣਨ ਦਾ ਮਾਣ ਹੈ। ਤੇ ਬਾਬਾ ਬੁੱਢਾ ਸਾਹਿਬ ਦੇ ਬਾਰੇ ਅਸੀਂ ਜਾਣਦੇ ਹਾਂ, ਜਿਸ ਵੇਲੇ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਰਬਾਰ ਸਾਹਿਬ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੀਤਾ ਗਿਆ ਸੀ, ਅੰਮ੍ਰਿਤਸਰ ਸਾਹਿਬ ਦੇ ਵਿੱਚ। ਤੇ ਸਭ ਤੋਂ ਪਹਿਲਾਂ ਹੁਕਮਨਾਮਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਲਿਆ ਸੀ, ਉਹ ਬਾਬਾ ਬੁੱਢਾ ਸਾਹਿਬ ਨੇ ਲਿਆ ਸੀ। ਇਹ ਬਚਪਨ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੇ ਵਿੱਚ ਆਏ। ਫਿਰ ਦੂਜਾ ਪਾਸਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਗੁਰਤਾ ਗੱਦੀ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਮਿਲਦੀ, ਇਸ ਰਸਮ ਨੂੰ ਨਿਭਾਉਣ ਵਾਲੇ ਨੇ ਗੁਰੂ ਬਾਬਾ ਬੁੱਢਾ ਸਾਹਿਬ ਜੀ। ਔਰ ਸਿਰਫ ਇੱਥੇ ਹੀ ਨਹੀਂ, ਗੁਰੂ ਨਾਨਕ ਸਾਹਿਬ ਤੋਂ ਬਾਅਦ ਦੇ ਵਿੱਚ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਤੱਕ, ਗੁਰੂ ਅਰਜਨ ਸਾਹਿਬ ਤੱਕ, ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਦੇ ਉੱਤੇ ਬਿਠਾ ਕੇ ਮੀਰੀ ਪੀਰੀ ਦੀਆਂ ਕਿਰਪਾਨਾਂ ਪਹਿਨਾਉਣ ਵਾਲੇ ਬਾਬਾ ਬੁੱਢਾ ਸਾਹਿਬ ਨੇ। ਔਰ ਲਗਭਗ 125 ਸਾਲ ਦੀ ਉਮਰ ਇਹਨਾਂ ਦੀ ਕੁੱਲ ਉਮਰ ਮੰਨੀ ਜਾਂਦੀ ਹੈ। ਔਰ ਲਗਭਗ ਇਹ ਇੱਦਾਂ ਕਹਿ ਲਈਏ ਵੀ ਬਾਈ ਏਜ ਸਭ ਤੋਂ ਜ਼ਿਆਦਾ ਗੁਰੂ ਘਰ ਦੇ ਵਿੱਚ ਸਮਾਂ ਬਤੀਤ ਕਰਨ ਵਾਲੇ ਇਹ ਮਹਾਰਾਜ ਜੀ ਦੇ ਸਿੱਖ ਨੇ। ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਵੇਲੇ
ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੇਲੇ ਤੇ ਪ੍ਰਤੱਖ ਤੌਰ ਦੇ ਉੱਤੇ ਹੋਰ ਪ੍ਰਗਟ ਹੋ ਜਾਂਦੇ ਨੇ। ਮਹਾਰਾਜ ਜੀ ਨੂੰ ਬੜਾ ਮਾਣ ਸੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੱਕ ਇਹ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਨੇ ਇਸ ਸੰਸਾਰ ਦੇ ਵਿੱਚ ਜਿਉਂਦੇ ਰਹੇ ਨੇ। ਔਰ ਭਾਈ ਗੁਰਦਾਸ ਸਾਹਿਬ ਜੀ ਦੇ ਨਾਲ ਵੀ ਕਈ ਵਾਰ ਇਹਨਾਂ ਦੀ ਵਿਚਾਰ ਗੋਸ਼ਟੀ ਉੱਥੇ ਹੁੰਦੀ ਰਹੀ ਹੋਵੇਗੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦੇ ਸੀ। ਗੁਰੂ ਹਰਗੋਬਿੰਦ ਸਾਹਿਬ ਅਕਸਰ ਇਹਨਾਂ ਨੂੰ ਕਹਿ ਦਿੰਦੇ ਹੁੰਦੇ ਸੀ ਵੀ ਮਹਾਰਾਜ ਭਾਈ ਸਾਹਿਬ ਜੀ ਵੀ ਤੁਸੀਂ ਤੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਨੇ, ਸਾਨੂੰ ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਤੇ ਦੱਸੋ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਹੁੰਦੇ ਸੀ ਬਾਬਾ ਬੁੱਢਾ ਸਾਹਿਬ ਨੂੰ ਵੀ ਤੁਸੀਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ ਇਹਨਾਂ ਅੱਖਾਂ ਦੇ ਨਾਲ, ਤੇ ਅਸੀਂ ਤੇ ਸੁਣਿਆ ਹੈ ਵੀ ਗੁਰੂ ਨਾਨਕ ਜੀ ਨੇ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ, ਤੇ ਤੁਸੀਂ ਤੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਨੇ, ਸਾਨੂੰ ਦੱਸੋ ਨਾ ਗੁਰੂ ਨਾਨਕ ਸਾਹਿਬ ਦੀਆਂ ਗੱਲਾਂ। ਤੇ ਬਾਬਾ ਬੁੱਢਾ ਸਾਹਿਬ ਨੇ ਅੱਗੋਂ ਕਹਿੰਦੇ ਹੱਥ ਜੋੜ ਕੇ ਕਹਿ ਦੇਣਾ, ਮਹਾਰਾਜ ਤੇਰੀਆਂ ਗੱਲਾਂ ਤੂੰ ਆਪ ਹੀ ਪੁੱਛੀ ਜਾਣਾ ਵੀ ਤੂੰ ਕਿਤੇ ਗੁਰੂ ਨਾਨਕ ਸਾਹਿਬ ਦੇ ਨਾਲੋਂ ਵੱਖਰਾ। ਤੁਸੀਂ ਆਪਣੀਆਂ ਗੱਲਾਂ ਆਪ ਹੀ ਸੁਣਨੀਆਂ ਚਾਹੁੰਦੇ ਜੇ ਤੇ ਬਸ ਮਾਣ ਹੀ ਵਿੱਚੋਂ ਮੈਨੂੰ ਦੇਣਾ ਚਾਹੁੰਦੇ ਜੇ ਨਾ। ਉਹ ਮਹਾਰਾਜ ਜੀ ਦਾ ਏਡੇ ਪਿਆਰ ਵਾਲਾ, ਏਡੇ ਅਦਬ ਵਾਲਾ ਸਿੱਖ, ਜਿਹਨੂੰ ਸਤਿਗੁਰੂ ਦੀ ਬਾਣੀ ਵੀ ਆਖਦੀ ਹੈ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਬੜੇ ਜੀਵਨ ਦੀਆਂ ਕਮਾਲ ਦੀਆਂ ਘਟਨਾਵਾਂ ਨੇ। ਇਹ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਜਿੱਤਾ ਰੰਧਾਵਾ ਭਲਾ ਹੈ, ਬੂੜਾ ਬੁੱਢਾ ਇੱਕ ਮਨ ਧਿਆਵੇ। ਇੱਕ ਮਨ ਹੋ ਕੇ ਬੰਦਗੀ ਦੇ ਵਿੱਚ ਤੁਰ ਕੇ ਦਰਬਾਰ ਸਾਹਿਬ ਦੀ ਸੇਵਾ ਦਾ ਜ਼ਿੰਮਾ ਆ ਜਾਵੇ, ਬਾਬੀ ਦੀ ਬੀੜ ਦੇ ਵਿੱਚ ਮਹਾਰਾਜ ਜੀ ਦੇ ਮਾਲ ਦੀ ਸੰਭਾਲਣ ਦੀ ਗੱਲ ਆ ਜਾਵੇ, ਗੁਰਿਆਈ ਦਾ ਸਮਾਂ ਆ ਜਾਵੇ, ਸੰਗਤ ਨੂੰ ਪ੍ਰਚਾਰ ਵਾਲੇ ਪਾਸੇ ਲਾਉਣਾ ਹੈ। ਈਵਨ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਸ਼ਸਤਰ ਵਿੱਦਿਆ ਸਿਖਾਉਣੀ ਹੈ, ਪੜ੍ਹਾਈ ਸਿਖਾਉਣੀ ਹੈ, ਬਾਬਾ ਬੁੱਢਾ ਸਾਹਿਬ ਜਿਹੜੇ ਨੇ ਉਹ ਅੱਗੇ ਆਉਂਦੇ ਨੇ। ਗੁਰੂ ਨਾਨਕ ਸਾਹਿਬ ਦੇ ਵੇਲੇ ਇਹ ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਲ ਜੁੜੇ ਇਹਨਾਂ ਮਹਾਂਪੁਰਸ਼ਾਂ ਦੇ ਜੀਵਨ ਦੇ ਵਿੱਚੋਂ ਕਾਫੀ ਗੱਲਾਂ ਅਸੀਂ ਜਾਣਦੇ ਵੀ ਹਾਂ। ਇਹਨਾਂ ਦੇ ਜੀਵਨ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਇੱਥੇ ਇਸ ਤਰੀਕੇ ਦੇ ਨਾਲ ਬੋਲਿਆ ਹੈ।